बड़ी आनंददायक विचार सी है। चलो, हर चीज का मूल कौन है, हर हरकत में कौन है, और का मूल देखने की बजाय अपना मूल देखो, और की हरकत देखने की बजाय अपनी हरकत में देखो, अपने आनंद की हरकत में ठहरना ही परम आनंद का खेल है। एक से अनेक, अनेक से फिर एक, ये है। देखो की करने ਅਸੀਂ ਸੰਸਾਰੀ ਜੀਵ, ਅਸੀਂ ਸੰਸਾਰੀ ਜੀਵ ਆ ਨਾ, ਆਪਣੇ ਆਪ ਨੂੰ ਤੇ ਦੇਖਦੇ ਹੀ ਨਹੀਂ, ਆਪਣੇ ਵੱਲ ਤੇ ਸਾਡੀ ਝਾਤੀ ਵੱਜਦੀ ਹੀ ਨਹੀਂ ਹੈ। ਜਦ ਕਿ ਚਾਹੀਦਾ ਸੀ ਆਪਣੇ ਅਵਗੁਣ ਪਹਿਚਾਨੀਏ, ਸਾਡੇ ਚ ਕੀ ਅਵਗੁਣ ਹੈ ਤੇ ਉਹਨਾਂ ਨੂੰ ਦੂਰ ਕਰੀਏ ਤੇ ਦੂਸਰੇ ਦੇ ਗੁਣਾਂ ਨੂੰ ਦੇਖ ਕੇ ਹਾਸਲ ਕਰੀਏ। ਪਰ ਹੋ ਗਿਆ ਵਿਪਰੀਤ, ਅਸੀਂ ਆਪਣੇ ਗੁਣਾਂ ਨੂੰ ਤੇ ਸਲਾਹਨੇ ਆ ਫਟਾਫਟ, मतलब कि आ मेरे च ਇਹ गुण है, मैं इस तरह करता, मैं सिर ते चुक्की रखने आ, और दूसरे दे अवगुणां ਨੂੰ ਨਾ ਫੜ ਕੇ ਉਘਾੜਦੇ ਆ ਹਰ ਇੱਕ ਦੇ ਅੱਗੇ। ਨਹੀਂ ਉਹ ਤੇ ਇਸ ਤਰ੍ਹਾਂ, ਉਹਨੇ ਤੇ ਇਸ ਤਰ੍ਹਾਂ ਕੀਤਾ ਸੀ। ਅੱਛਾ ਤੁਹਾਨੂੰ ਲੱਗਦਾ ਉਹ ਬੜਾ ਜ਼ਿਆਦਾ ਸਤਸੰਗੀ ਹੈ, ਬੜਾ ਸਤਸੰਗ, ਉਹ ਸਤਸੰਗ ਬੜੇ ਕਰਦੀ ਫਿਰਦੀ ਹੈ, ਅੰਦਰੋਂ ਤੇ ਕੁਛ ਨਹੀਂ, ਅੰਦਰੋਂ ਤੇ ਇਸ ਤਰ੍ਹਾਂ, मतलब ਬੜਾ ਕੁਛ। ਔਰ ਮੋਸਟਲੀ ਚੱਲਦਾ ਹੈ ਸਾਡੇ ਅੰਦਰ, ਸੰਸਾਰੀ ਜੀਵਾਂ ਸੰਸਾਰ ਚ ਆ ਕੇ ਇਹੀ ਕਿ ਦੂਸਰੇ ਦੇ ਅਸੀਂ ਅਵਗੁਣਾਂ ਨੂੰ ਫਟਾਫਟ ਦੇਖਦੇ ਹਾਂ। ਪਰ ਪ੍ਰਭੂ ਕਹਿੰਦਾ ਕਿ ਨਹੀਂ, ਤੂੰ ਅਵਗੁਣ ਦੀ ਜਗ੍ਹਾ ਜਦੋਂ ਦੂਸਰੇ ਦੇ ਗੁਣਾਂ ਨੂੰ ਦੇਖਣਾ ਸ਼ੁਰੂ ਕਰੇਗਾ, ਕੁਛ ਵੀ ਜਿਸ ਚੀਜ਼ ਨੂੰ ਅਸੀਂ ਬਾਰ-ਬਾਰ ਅਭਿਆਸ ਕਰਾਂਗੇ, ਬਾਰ-ਬਾਰ ਦੇਖਾਂਗੇ, ਉਹ ਸਾਡਾ ਸੁਭਾਅ ਬਣ ਜਾਏਗਾ। ਜੇ ਕਿਸੇ ਦੇ ਅਸੀਂ ਅਵਗੁਣਾਂ ਨੂੰ ਦੇਖ ਕੇ ਬਾਰ-ਬਾਰ ਵਿਚਾਰਾਂਗੇ, ਉਹ ਸਾਡੇ ਚਿੱਤ ਚ ਤੇ ਜੰਮਦੇ ਜਾਣਗੇ, ਔਰ ਉਹੀ ਸਾਡਾ ਵੀ ਸੁਭਾਅ ਉਹੀ ਬਣ ਜਾਏਗਾ। ਅਸੀਂ ਵੀ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਾਂਗੇ, ਜਾਣੇ ਅਣਜਾਣੇ ਚ। ਇਹ ਨਹੀਂ ਕਿ ਜਾਣ ਬੁੱਝ ਕੇ। ਜੇ ਕਿਸੇ ਨੂੰ ਅਸੀਂ ਪ੍ਰੇਮ ਸਵਰੂਪ ਚ ਦੇਖ ਰਹੇ ਹਾਂ ਨਾ, ਤੇ ਉਹਦੇ ਪ੍ਰੇਮ ਨੂੰ ਅਸੀਂ मतलब ਬਾਰ-ਬਾਰ ਮਹਿਸੂਸ ਕਰਾਂਗੇ ਤੇ ਸਾਡੇ ਅੰਦਰ ਵੀ ਉਹ ਪ੍ਰੇਮ ਆਣਾ ਸ਼ੁਰੂ ਹੋ ਜਾਏਗਾ। ਜੇ ਕਿਸੇ ਦੀ ਅਸੀਂ ਘ੍ਰਿਣਾ ਨੂੰ ਦੇਖ ਰਹੇ ਹਾਂ ਔਰ ਬਾਰ-ਬਾਰ ਉਹਦੀ ਘ੍ਰਿਣਾ ਨੂੰ ਯਾਦ ਕਰਾਂਗੇ, ਅਸੀਂ ਤੇ ਉਹਨੂੰ ਬੜਾ ਪ੍ਰੇਮ ਕਰਨੇ ਆ, ਪਰ ਉਹਦੀ ਆਦਤ ਹੀ ਹੈ, ਉਹਦੀ ਆਦਤ ਹੀ ਹੈ, ਔਰ ਉਹ ਆਦਤ ਹੌਲੀ ਸਾਡੇ ਅੰਦਰ ਪੱਕ ਜਾਏਗੀ। ਇਸ ਕਰਕੇ ਪ੍ਰਭੂ ਇਹੀ ਕਹਿੰਦਾ ਹੈ ਕਿ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਅੰਦਰ ਝਾਤੀ ਮਾਰੀਏ। ਹਰ ਵਿੱਚ ਹਰੀ ਨੂੰ ਦੇਖਣਾ ਹੈ, ਹਰ ਦੇ ਵਿੱਚ ਹਰੀ ਨੂੰ ਦੇਖੀਏ। ਤੇ ਜਦੋਂ ਹਰੀ ਨੂੰ ਦੇਖਾਂਗੇ ਤੇ ਫਿਰ ਤੇ ਸਾਨੂੰ ਕਿਸੇ ਦੇ ਕੋਈ ਅਵਗੁਣ ਨਜ਼ਰ ਹੀ ਨਹੀਂ ਆਣਗੇ, ਗੁਣ ਹੀ ਗੁਣ ਨਜ਼ਰ ਆਣਗੇ ਨਾ ਆਪਣੇ ਪਿਆਰੇ ਦੇ। ਤੇ ਆਪਣੇ ਪਿਆਰੇ ਨੂੰ ਹੀ ਹਰ ਇੱਕ ਦੇ ਵਿੱਚ ਦੇਖ ਕੇ एक हो जाइए, अपने आप ਨੂੰ हर में हरी देखिए, हर में हरी देखिए। हाँ जी, अपने आनंद की हरकत में ठहरना ही परम आनंद का खेल है। एक से अनेक, अनेक से फिर एक, ये है। जैसे बीज की माया जड़, लकड़ी, पत्ती, फल, फूल जानते ही इसके बाद फिर वो ही बीज है, ऐसे ही इसी तरह आत्मा से अनेक ख्याल और ख्याल से शरीर, और शरीर से कर्म, और कर्म ईश्वर अर्पण। ਜਿਹੜੇ ਵੀ ਕਰਮ ਕਰਦੇ ਪਿਆ ਨਾ, ਜੇ ਉਹਨੂੰ ਈਸ਼ਵਰ ਅਰਪਣ ਹੀ ਕਰ ਦਈਏ, ਕਹਿੰਦੇ ਆ ਈਸ਼ਵਰ ਅਰਪਣ ਨਹੀਂ ਹੋ ਸਕਦੇ, ਤੇ ਕਿੰਨਾ ਉਸ ਤੋਂ ਵੀ ਸੌਖਾ ਹੋਰ ਵੀ ਸਾਨੂੰ ਗੁਰੂਦੇਵ ਨੇ ਤੇ ਇੰਨਾ ਆਸਾਨ ਤਰੀਕਾ ਦੱਸਦਾ। ਨਹੀਂ ਕਰ ਸਕਦਾ, ਉਹਦੇ ਨਾਲ ਜੁੜ ਜਾ। ਜਿਹੜਾ ਵੀ ਕੰਮ ਖਾਣਾ ਬਣਾ ਰਿਹਾ ਤੇ ਉਹਨੂੰ ਪ੍ਰਸ਼ਾਦ मतलब समझ भोग लगाना है, प्रभु ਨੂੰ भोग लगाना है, प्रभु के लिए बना रहे हैं, ਤੇ ਉਹਦਾ ਦੇਖ ਆਨੰਦ, ਉਸ ਖਾਣੇ ਦਾ ਆਨੰਦ ਹੀ ਵੱਖਰਾ ਹੋਏਗਾ, ਅੰਮ੍ਰਿਤ ਹੋ ਜਾਏਗਾ। ਜਿਹੜੇ ਵੀ ਕਰਮ ਕਰ ਰਿਹਾ ਨਾ, ਕਰਮਾਂ ਦੇ ਨਾਲ ਜੁੜਦੇ ਹੋਏ ਉਹਦੇ ਨਾਲ ਜੋੜ ਦਈਏ ਹਰ ਆਪਣੇ ਕਰਮ ਨੂੰ। ਜਦੋਂ ਆਪਣੇ ਹਰ ਕਰਮ ਨੂੰ ਉਹਦੇ ਨਾਲ ਜੋੜ ਦਾਂਗੇ ਤੇ ਉਹ ਸੇਵਾ ਬਣ ਜਾਏਗੀ, ਉਹ ਪ੍ਰੇਮ ਬਣ ਜਾਏਗਾ, ਤੇ ਉਹ ਪ੍ਰੇਮ ਜਿਹੜਾ ਉਹ ਹਰ ਵਸਤੂ ਦੇ ਵਿੱਚ ਉਜਾਗਰ ਹੋਣਾ ਸ਼ੁਰੂ ਹੋ ਜਾਏਗਾ। ਸਫਾਈ ਕਰ ਰਹੇ ਹਾਂ, ਪ੍ਰਭੂ ਤੂੰ ਇਹ ਸੇਵਾ ਬਖਸ਼ੀ ਹੈ, ਇਹ ਕੰਮ ਤੂੰ ਬਖਸ਼ਿਆ, ਉਹ ਕਰ ਰਹੇ ਹਾਂ, ਤੇ ਉਹ ਕੁਛ ਹੋਰ ਢੰਗ ਨਾਲ ਹੋਏਗਾ। ਤੇ ਜੇ ਹਾਏ ਫਾਹ ਹੀ ਪੈ ਗਿਆ, ਅੱਜ ਉਹ ਕੰਮ ਵਾਲੀ ਆਈ ਦੀ ਨਹੀਂ, ਅੱਜ ਕੰਮ ਕਰਨਾ ਪੈ ਗਿਆ, ਅੱਜ ਤੇ ਸਿਆਪਾ ਹੀ ਪੈ ਗਿਆ, ਅੱਜ ਤੇ ਪਹਿਲੇ ਇਹ ਕਰਨਾ, ਅੱਜ ਤੇ ਫਿਰ ਉਹ ਕਰਨਾ ਪੈਣਾ, ਓਹੋ ਅੱਜ ਤੇ ਸਤਸੰਗ ਹੀ ਨਹੀਂ ਲੱਗਣਾ, ਸਤਸੰਗ ਕਿਵੇਂ ਲਾਵਾਂਗੇ, ਅੱਜ ਤੇ ਰੋਟੀ ਬਣਾਉਣੀ ਪੈਣੀ, ਅੱਜ ਤੇ ਕੱਪੜੇ ਧੋਣੇ ਪੈ ਗਏ। ਤੇ ਉਹ ਕੰਮ ਜਿਹੜਾ ਉਹ ਬੋਝ ਬਣ ਜਾਂਦਾ। ਤੇ ਜਦੋਂ ਇਹੀ ਕੰਮ ਨੂੰ, ਅੱਛਾ ਪ੍ਰਭੂ ਤੇਰੀ ਇੱਛਾ ਸੀ ਅੱਜ ਹੈ ਕਿ ਤੂੰ ਕਹਿ ਰਿਹਾ ਤੇਰਾ ਸਰੀਰ ਨਹੀਂ ਚੱਲਦਾ ਪਿਆ, ਥੋੜੀ ਐਕਸਰਸਾਈਜ਼ ਕਰ ਉੱਠ ਕੇ, ਤੇ ਇਸ ਕਰਕੇ ਤੂੰ ਕੰਮ ਵਾਲੀ ਨੂੰ ਛੁੱਟੀ ਦੇ ਦਿੱਤੀ, ਚਲੋ ਠੀਕ ਹੈ ਐਕਸਰਸਾਈਜ਼ ਠੀਕ ਹੈ ਪ੍ਰਭੂ ਤੇਰੀ ਇੱਛਾ। ਜੇ ਉਹ ਸੋਚ ਕੇ ਕੰਮ ਕਰਾਂਗੇ ਨਾ, ਉਹ ਕੰਮ ਪਤਾ ਵੀ ਨਹੀਂ ਲੱਗਣਾ, ਤੇ ਕੰਮ ਕਿੰਨਾ ਵਧੀਆ ਤੇ ਕਿਸ ਢੰਗ ਨਾਲ, ਇੰਨੇ ਵਧੀਆ ਢੰਗ ਨਾਲ, ਔਰ
ਬਿਨਾ ਬੋਝ ਤੋਂ ਜਦੋਂ ਚੱਲਾਂਗੇ ਨਾ ਤੇ ਉਹ ਕੰਮ ਬੜੇ ਵਧੀਆ ਢੰਗ ਨਾਲ ਹੁੰਦੇ ਆ। ਬੜੀ ਵਧੀਆ ਐਗਜ਼ਾਮਪਲ ਹੈਗੀ ਆ ਦੀ, ਉਦਾਹਰਨ ਬੜੀ ਵਧੀਆ। ਟ੍ਰੇਨ ਦੇ ਵਿੱਚ ਬੈਠਾ ਹੋਇਆ ਸੀ ਇੱਕ ਆਦਮੀ ਨਾ, ਇੱਕ ਆਦਮੀ ਟ੍ਰੇਨ 'ਚ ਬੈਠਾ ਡੱਬੇ ਦੇ ਵਿੱਚ, ਤੇ ਉਹਨੇ ਨਾ ਸਿਰ ਦੇ ਉੱਪਰ ਆਪਣੇ ਟੈਚੀ ਚੁੱਕਿਆ ਪਿਆ, ਗਠੜੀ, ਸਮਾਨ ਦੀ ਗਠੜੀ ਸਿਰ ਤੇ ਚੁੱਕੀ ਪਈ। ਤੇ ਬਾਕੀ ਆਏ ਸਾਰੇ ਯਾਤਰੀ ਟ੍ਰੇਨ ਦੇ ਵਿੱਚ ਵੜੇ ਆ ਤੇ ਦੇਖ ਕੇ ਉਹਨੂੰ ਕਹਿੰਦੇ ਆ ਕਿ ਬਈ ਇਹ ਗਠੜੀ ਤੁਸੀਂ ਇਹ ਪਹਿਲੇ ਤੇ ਦੇਖੀ ਜਾਣ ਕਿ ਅਚੰਭਿਤ ਹੋਣ ਕਿ ਕਿਉਂ, ਸ਼ਾਇਦ ਉਤਰਨਾ ਹੋਏਗਾ, ਸ਼ਾਇਦ ਚੜਨਾ ਹੋਏਗਾ ਜਾਂ ਕੁਝ। ਟ੍ਰੇਨ ਚੱਲ ਪਈ ਤੇ ਤਾਂ ਵੀ ਉਹਨੇ ਸਿਰ ਤੇ, ਕਹਿੰਦਾ ਨਹੀਂ ਮੈਂ ਨਾ ਟ੍ਰੇਨ ਨੂੰ ਜ਼ਿਆਦਾ ਭਾਰ ਨਹੀਂ ਪਾਣਾ ਚਾਹੁੰਦਾ ਤੇ ਮੈਂ ਤਾਂ ਸਿਰ ਤੇ ਚੁੱਕੀ ਹੋਈ ਹੈ। ਤੇ ਉਹੀ ਸਾਡੀ ਹਾਲਤ ਹੈ। ਸਾਨੂੰ ਮਤਲਬ ਕਰਤੱਵ ਮਿਲਿਆ, ਰੋਲ ਨਿਭਾਉਣ ਵਾਸਤੇ ਸਾਨੂੰ ਕੁਛ ਨਾ ਕੁਛ ਦਿੱਤੇ ਹੋਏ ਆ ਪ੍ਰਭੂ ਨੇ, ਤੇ ਅਸੀਂ ਉਹਨਾਂ ਨੂੰ ਨਾ ਸਿਰ ਤੇ ਬੋਝ ਚੁੱਕ ਕੇ ਬੈਠੇ ਆ। ਉਹ ਆਰਾਮ ਨਾਲ ਉਸ ਟ੍ਰੇਨ ਦੇ ਵਿੱਚ ਬੈਠ ਕੇ, ਡੱਬੇ 'ਚ ਬੈਠ ਕੇ ਸਫ਼ਰ ਨਹੀਂ ਕਰਦੇ, ਅਸੀਂ ਉਸ ਬੋਝ ਨੂੰ ਸਿਰ ਤੇ ਚੁੱਕ ਕੇ ਬੈਠੇ ਆ। ਜਦ ਕਿ ਜੇ ਅਸੀਂ ਉਹਨੂੰ ਥੱਲੇ ਉਤਾਰ ਕੇ ਆਰਾਮ ਨਾਲ ਬੈਠਾਂਗੇ ਤੇ ਤਾਂ ਵੀ ਸਾਡਾ ਸਫ਼ਰ ਆਸਾਨ ਹੋ ਜਾਏਗਾ। ਪਰ ਨਹੀਂ, ਅਸੀਂ ਉਸ ਬੇਵਕੂਫ ਯਾਤਰੀ ਦੇ ਵਾਂਗ ਉਹ ਸਾਰੇ ਬੋਝ ਨੂੰ ਕਿ ਮੈਂ ਨਹੀਂ ਹੋਵਾਂਗਾ, ਇਹ ਮੇਰੇ ਸਿਰ ਤੇ ਬੋਝ ਪਿਆ, ਇਹਨੂੰ ਮੈਂ ਚੁੱਕਿਆ ਹੋਇਆ ਤੇ ਇਹ ਜਿਹੜੀ ਟ੍ਰੇਨ ਹੈ ਨਾ ਇਹਨੂੰ ਭਾਰ ਨਹੀਂ ਲੱਗਦਾ ਪਿਆ, ਇਹ ਸੋਚ ਕੇ ਅਸੀਂ ਬੈਠੇ ਹੋਏ ਆ। ਤੇ ਜੇ ਹਰ ਕੰਮ ਨੂੰ ਅਸੀਂ ਬੋਝ ਸਮਝ ਕੇ ਬੈਠੇ ਆ ਤੇ ਉਹ ਫਿਰ ਸਾਨੂੰ ਬੋਝਲ ਹੀ ਕਰ ਦਿੰਦਾ ਹੈ। ਉਹ ਸਾਨੂੰ ਕੰਮ ਬੋਝਲ ਕਰ ਦਿੰਦਾ ਹੈ। ਹਰ ਵੇਲੇ ਉਸ ਬੋਝ ਦੇ ਹੇਠਾਂ ਦੱਬੇ ਹੀ ਰਹਿੰਦੇ ਆ, ਮੁਰਦਾਨਗੀ ਪਈ ਰਹਿੰਦੀ ਸਾਡੇ ਚਿਹਰਿਆਂ ਤੇ ਜਦ ਕਿ ਉਹੀ ਜਦੋਂ ਉਸ ਗਠੜੀ ਨੂੰ ਉਤਾਰ ਕੇ ਸੀਟ ਦੇ ਥੱਲੇ ਰੱਖ ਲਾਂਗੇ ਤੇ ਠੀਕ ਹੈ, ਬੈਠੇ ਆ ਸਫ਼ਰ ਆਨੰਦ ਨਾਲ ਕਿ ਜਿੰਨੀ ਦੇਰ ਲੱਗਣੀ ਆ ਉਨੀ ਦੇਰ ਲੱਗਣੀ ਆ, ਉਦੋਂ ਹੀ ਪੁੱਜਣਾ ਤੇ ਉਸ ਸਫ਼ਰ ਦਾ ਕੁਝ ਮਜ਼ਾ ਹੀ ਅਨੋਖਾ ਹੋਏਗਾ। ਇਹੀ ਸਮਝੀਏ, ਇਸ ਤਰ੍ਹਾਂ ਹੀ ਜ਼ਿੰਦਗੀ ਬਤੀਤ ਕਰੀਏ ਤੇ ਜ਼ਿੰਦਗੀ ਦਾ ਕੁਝ ਆਨੰਦ ਹੀ ਵੱਖਰਾ ਹੋ ਜਾਏਗਾ। ਹਾਂਜੀ। हाँ जी। जैसे बीज की माया जड़, लकड़ी, पत्ती, फल, फूल जानते हो, इसके बाद फिर वही बीज है, ऐसे इसी तरह आत्मा से अनेक ख्याल और ख्याल से शरीर और शरीर से कर्म और कर्म ईश्वर अर्पण, जिससे पूर्ण तत्व आनंद, संन्यास, पूर्ण ज्ञान, पुरुषोत्तम का मिलाप, ये वही आत्मा जहां से चले वहां ही है। फिर क्या किया, खेल कौन सा, अपने दिल की आंख से देखो, मैं क्या बता रहा हूँ। जानते हो मैंने क्या कहा, वही कहा जो कहने के लिए आया हूँ। मैं तो कहता ही रहूंगा, कहता ही आया हूँ और कह ही रहा हूँ। अगर समझोगे तो परम आनंद आपका है, नहीं तो तब्दीली दुनिया की जान है, सुख दुख भोगोगे। ਦੇਖੋ ਨਾ, ਸੰਸਾਰ ਜਿਹੜਾ ਤਬਦੀਲ ਹੋ ਹੀ ਜਾ ਰਿਹਾ, ਸ਼ਨ ਸ਼ਨ ਦੇ ਵਿੱਚ, ਹਰ ਸਮੇਂ। ਜਦੋਂ ਕਿਤੇ ਅਸੀਂ ਪਹਿਲੇ ਬਚਪਨ 'ਚ ਸੀ, ਫਿਰ ਜਵਾਨੀ 'ਚ ਆਏ, ਔਰ ਹੌਲੀ 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 ਅੱਗੇ ਅੱਗੇ ਵੱਧਦੀ ਜਾ ਰਹੀ ਹੈ ਉਮਰ, ਔਰ ਹਰ ਸੰਸਾਰ ਦੀ ਹਰ ਵਸਤੂ ਜਿਹੜੀ ਹੈ ਉਹਦੇ 'ਚ ਤਬਦੀਲੀ ਆ ਰਹੀ ਹੈ। ਸਾਡਾ ਇੱਥੋਂ ਤੱਕ ਕਿ ਜਿਹੜਾ ਸਰੀਰ ਦਾ ਮਾਸ ਹੈ ਨਾ, ਮਾਸ, ਇਹ ਵੀ ਹਰ ਸਮੇਂ ਤਬਦੀਲ ਹੋ ਰਿਹਾ, ਉਤਰ ਰਹੀ ਹੈ ਸਕਿਨ ਔਰ ਨਵੀਂ ਆਈ ਜਾ ਰਹੀ ਹੈ। ਉਹ ਸਾਨੂੰ ਪਤਾ ਨਹੀਂ ਚੱਲ ਰਿਹਾ, ਪਰ ਉਸ ਤਰ੍ਹਾਂ ਹੀ ਜਗਤ ਜਿਹੜਾ ਹੈ ਇਹ ਨਸ਼ਵਰ ਹੈ। ਹਰ ਚੀਜ਼ ਦੇ ਵਿੱਚ ਤਬਦੀਲੀ ਆ ਰਹੀ ਹੈ। ਇਹ ਸਮਝੀਏ ਤੇ ਆਪਣੇ ਆਤਮ ਸਵਰੂਪ ਨੂੰ ਪਹਿਚਾਨ ਕੇ ਆਤਮਾ ਨੂੰ ਪਹਿਚਾਨੀਏ, ਪ੍ਰਭੂ ਨੂੰ ਪਹਿਚਾਨੀਏ। ਜਿਹੜੀ ਆਤਮਾ ਹੈ ਇਹਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਤੇ ਸਮਝ ਆ ਜਾਏਗੀ ਕਿ ਅਸੀਂ ਉਹੀ ਆ, ਅਸੀਂ ਪਰਮ ਪਿਤਾ ਪਰਮਾਤਮਾ ਅਹਮ ਬ੍ਰਹਮਸਮੀ। ਇਸ ਜਦੋਂ ਵਾਕਿਆ ਨੂੰ ਸਮਝ ਆ ਜਾਏਗੀ ਨਾ ਤੇ ਜੀਵਨ ਦਾ ਜਿਹੜਾ ਹੈ ਢੰਗ ਹੀ ਅਲੱਗ ਹੋ ਜਾਏਗਾ। ਇਹ ਜਿਹੜੇ ਸਮੇਂ ਦੇ ਡੰਗ ਵੱਜਦੇ ਪਏ ਆ ਨਾ, ਇਹ ਬੰਦ ਹੋ ਜਾਣੇ। ਬਸ ਜਦੋਂ ਇਹ ਸਾਨੂੰ ਸਮਝ ਆ ਗਈ ਕਿ ਮੈਂ ਔਰ ਉਹ ਇੱਕ ਹੀ ਹੈ, ਇੱਕ ਹੀ ਹੈ, ਇੱਕ ਹੀ ਹੈ, अपने आत्म ਨੂੰ पहचानिए। हाँ जी। धन्य है सत्संग जिसने हमें जगा दिया, नहीं तो जन्मों जन्मों से ये हमें लूट रहा था। हमें तो एक बड़ी विचार इस जगह ये आती है कि देखो, जन्मों जन्मों में हम लुटते रहे मगर हमारा खजाना कभी खत्म नहीं हुआ। वाह भगवान वाह, आत्मिक शक्ति, तेरा खजाना भी बेअंत है। प्रभु ਦਾ, ਕਿਉਂਕਿ
ਪ੍ਰਭੂ ਜਿਹੜਾ ਹੈ ਅਨਸ਼ਵਰ ਹੈ, ਅਨਸ਼ਵਰ ਹੀ ਕਹਿੰਦੇ ਆ ਨਾ, ਅਜਨਮਾ, ਅਨਸ਼ਵਰ। ਔਰ ਉਹ ਤੇ ਪੂਰਾ ਜਿਹੜਾ ਸੰਸਾਰ ਹੈ ਪ੍ਰਭੂ ਰੂਪ ਹੀ ਹੈ, ਤੇ ਉਹ ਤੇ ਖਜ਼ਾਨੇ ਨਾਲ, ਖਜ਼ਾਨਾ ਉਹਦਾ ਕਿੱਥੋਂ ਖਤਮ ਹੋ ਜਾਏਗਾ। ਔਰ ਅਸੀਂ ਭੋਲੇ ਭਾਅ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਹਾਂ, ਉਹਨੂੰ ਵਰਤਣ ਦੀ ਕੋਸ਼ਿਸ਼ 'ਚ ਹਾਂ ਕਿ ਅਸੀਂ ਵਰਤ ਲਈਏ, ਅਸੀਂ ਵਰਤ ਲਈਏ, ਇਹ ਕਿਤੇ ਕੋਈ ਹੋਰ ਨਾ ਵਰਤ ਜਾਏ, ਕੋਈ ਹੋਰ ਨਾ ਲੈ ਜਾਏ। ਪਰ ਉਹ ਪ੍ਰਭੂ ਦਾ ਖਜ਼ਾਨਾ ਇੰਨਾ ਕੁ ਜ਼ਿਆਦਾ, ਇੰਨਾ ਅਨਮੋਲ ਸਾਨੂੰ ਮਿਲਿਆ ਹੈ ਕਿ ਉਹ ਕਦੀ ਵੀ ਮੁੱਕ ਨਹੀਂ ਸਕਦਾ। ਜਿੰਨਾ ਵੀ ਉਹਨੂੰ ਅਸੀਂ ਉਹਨੂੰ ਵਰਤਾਂਗੇ, ਉਹ ਓਨਾ ਹੀ ਹੋਰ ਵੱਧਦਾ ਜਾਏਗਾ, ਵੱਧਦਾ ਜਾਏਗਾ, ਵੱਧਦਾ ਹੀ ਜਾਏਗਾ। ਸਤਸੰਗ ਦੇ ਵਿੱਚ ਆ ਕੇ ਜਿੰਨਾ ਵੀ ਆਤਮਿਕ ਗਿਆਨ, ਜਿੰਨਾ ਵੀ ਆਪਣੇ ਆਪ ਨੂੰ ਮਹਿਸੂਸ ਕਰਾਂਗੇ ਆਪਣੀ ਆਤਮਾ ਦੇ ਨਾਲ, ਪਰਮਾਤਮਾ ਦੇ ਨਾਲ ਜਿੰਨਾ ਵੀ ਜੁੜਾਵ ਮਹਿਸੂਸ ਹੋਏਗਾ, ਓਨਾ ਹੀ ਅਸੀਂ ਅਨੰਤ ਦੇ ਭਾਗੀਦਾਰ ਹੋਈ ਜਾਵਾਂਗੇ। ਇਹ ਅਨੰਤ ਜਿਹੜਾ ਹੈ ਉਹ ਅਸੀਂ ਉਹਦੇ ਤੋਂ ਵੱਖਰੇ ਹੋ ਗਏ ਆ, ਉਹ ਸਾਡੇ ਤੋਂ ਅਲੱਗ ਨਹੀਂ ਹੈ। ਅਸੀਂ ਆਪਣੇ ਆਪ ਨੂੰ ਵੱਖਰੇਵਾ ਮਹਿਸੂਸ ਕਰਕੇ ਛੋਟੇ ਹੋ ਗਏ ਹਾਂ, ਜਦ ਕਿ ਅਸੀਂ ਇਸ ਅਨੰਤ ਦੇ ਹੀ ਹਿੱਸੇਦਾਰ ਹਾਂ, ਇਸ ਅਨੰਤ ਖਜ਼ਾਨੇ ਦੇ ਮਾਲਕ ਹਾਂ। ਔਰ ਖਜ਼ਾਨਾ ਜਿਹੜਾ ਹੈ ਉਹ ਭਰਪੂਰ ਹੈ, ਉਹ ਖਤਮ ਹੋ ਹੀ ਨਹੀਂ ਸਕਦਾ। ਅਸੀਂ ਉਸ ਦਾਤ ਤੋਂ ਜਿਹੜੇ ਆ ਵਾਂਝੇ ਹੁੰਦੇ ਪਏ ਆ, ਆਪਣੇ ਆਪ, ਆਪਣੀ ਸਮਝ ਦੇ ਨਾਲ, ਆਪਣੀ ਮਰਜ਼ੀ ਦੇ ਨਾਲ, ਜਦ ਕਿ ਉਧਰੋਂ ਸਾਨੂੰ ਕੋਈ ਘਾਟ ਨਹੀਂ ਹੈ। ਉਹ ਤੇ ਸਾਨੂੰ ਆਪਣੇ ਵੱਲ ਖਿੱਚ ਰਿਹਾ ਹੈ, ਬਾਰ 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 ਬਾਰ, ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਖਿੱਚਦਾ ਹੈ, ਕਿਸੇ ਨਾ ਗੁਰੂ ਰੂਪ ਚ ਆ ਕੇ, ਕਿਸੇ ਹੋਰ ਰੂਪ ਚ ਆ ਕੇ, ਕਿਸੇ ਤਰ੍ਹਾਂ ਵੀ, ਕਿ ਆਪਣੀ ਆਪਣੇ ਆਪ ਨੂੰ ਪਹਿਚਾਨ, ਆਪਣੇ ਘਰ ਵਾਪਸੀ ਦਾ ਤਿਆਰੀ ਕਰ। ਹਾਂਜੀ। जब इंसान ही वचन देकर बदल जाता है तो भगवान शांत स्वरूप अपने आनंद में मगन है। वक्त आने पर इंसान अपनी गलती को महसूस करता हुआ फिर उसी द्वार पर अपने सर को रखकर माफी की ख्वाहिश करता है। भगवान ने देखो, उसके वचन करने पर बदले और न उसके वचन भंग करने पर बदले। भगवान तो दोनों हालातों में एक रस है। इंसान अपने किए हुए का आप जिम्मेवार है। ਇਨਸਾਨ ਜਿਹੜਾ ਨਾ, ਇਨਸਾਨ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਤੇ ਜਿਹੜੇ ਪੰਜੋ ਤੱਤਵ ਹੈ ਨਾ ਉਹ ਇੱਕ ਰਸ ਹੈਗੇ ਆ, ਉਹ ਇੱਕ ਰਸ ਹੀ ਹੈ। ਪ੍ਰਿਥਵੀ ਵੀ ਇੱਕ ਰਸ ਹੈ, ਜਲ ਵੀ ਇੱਕ ਰਸ ਹੈ। ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਕਿ ਜਿਹੜੇ ਸਾਰੇ ਪੰਜੋ ਤੱਤਵ ਹੈ ਨਾ ਆਪਣੇ ਆਤਮ ਸਵਰੂਪ ਦੇ ਵਿੱਚ ਹੀ ਜਾ ਕੇ ਮਿਲਦੇ ਆ। ਔਰ ਜਿਹੜਾ ਆਤਮਾ ਆਈ ਹੈ ਇਨਸਾਨ ਦੇ ਅੰਦਰ, ਪਰ ਉਹ ਵੀ ਪਰਮਾਤਮਾ ਦਾ ਸਵਰੂਪ ਹੈ, ਉਹ ਵੀ ਇੱਕ ਤੱਤ ਹੈ। ਠੀਕ ਹੈ ਜੀ। ਇਸ ਕਰਕੇ ਇਹ ਸਾਰੇ ਜਿਹੜੇ ਹੈ, ਇਨਸਾਨ ਜਿਸ ਚੀਜ਼ ਤੋਂ ਬਣਿਆ ਉਹੀ ਇੱਕ ਰੂਪ ਹੈ। ਤੇ ਪਰ ਇਨਸਾਨ ਜਦੋਂ ਜਨਮ ਲੈਣ ਵਾਲਾ ਜਨਮ ਲੈਂਦਾ ਤੇ ਉਸ ਟਾਈਮ ਦੇ ਵਿੱਚ, ਗਰਭ ਅਵਸਥਾ ਦੇ ਵਿੱਚ ਨਾ, ਉਹ ਬੜੇ ਵਾਅਦੇ ਕਰਦਾ ਭਗਵਾਨ ਦੇ ਨਾਲ, ਪ੍ਰਭੂ ਆਹਾ ਮੈਂ ਤੇ ਵਾਪਸ ਤੇਰੇ ਪੁੱਜਣਾ ਚਾਹਨਾ, ਤੇਰੇ ਨਾਲ ਪਰਮਾਤਮਾ ਦੇ ਨਾਲ ਮਿਲਨ ਕਰਨਾ ਚਾਹਨਾ। ਮੈਂ ਇਸ ਤਰ੍ਹਾਂ ਕਰਾਂਗਾ, ਜਦੋਂ ਵਾਪਸ ਇੱਥੇ ਸੰਸਾਰ ਦੇ ਵਿੱਚ ਆਵਾਂਗਾ ਤੇ ਮੈਂ ਤੇਰਾ ਹੀ ਨਾਮ ਸਿਮਰਨ ਕਰਾਂਗਾ, ਤੇਰਾ ਧਿਆਨ ਕਰਾਂਗਾ, ਤੇਰੇ ਨਾਲ ਹੀ ਜੁੜਿਆ ਰਵਾਂਗਾ। ਤੇ ਬੜੇ ਵਾਅਦੇ, ਬਹੁਤ ਵਾਅਦੇ ਕਰਦਾ ਤੇ ਪ੍ਰਭੂ ਵੀ ਹੱਸਦਾ। ਪ੍ਰਭੂ ਕਹਿੰਦਾ ਠੀਕ ਹੈ, ਮੈਨੂੰ ਮਨਜ਼ੂਰ ਹੈ। ਔਰ ਜਦੋਂ ਪ੍ਰਭੂ ਤੇ ਆਪਣੇ ਵਾਅਦਿਆਂ ਤੋਂ ਨਹੀਂ ਮੁੱਕਰਦਾ, ਉਹ ਤੇ ਇੱਕ ਰਸ ਹੈ, ਉਹਨੂੰ ਤੇ ਯਾਦ ਹੈ ਕਿ ਮੇਰਾ ਪੁੱਤਰ ਹੈ, ਮੇਰਾ ਬੱਚਾ ਹੈ, ਇਹ ਮੇਰਾ ਹੀ ਹਿੱਸਾ ਹੈ, ਔਰ ਇਹਨੂੰ ਮੈਂ ਵਾਪਸ ਆਪਣੇ ਨਾਲ ਮਿਲਾਣਾ ਹੈ, ਮੇਰੇ ਨਾਲ ਬੜੇ ਵਾਅਦੇ ਕਰਕੇ ਆਇਆ। ਉਹ ਆਪਣੇ ਵਾਅਦਿਆਂ ਤੋਂ ਨਹੀਂ ਟਲਦਾ। ਪਰ ਇਨਸਾਨ ਜਦੋਂ ਇਸ ਸੰਸਾਰ ਦੇ ਵਿੱਚ ਆਉਂਦਾ ਤੇ ਉਦੋਂ ਨਾਲ ਹੀ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਨਸਾਨ ਜਦੋਂ ਇੱਥੇ ਆਂਦਿਆਂ ਹੀ ਪ੍ਰਭੂ ਨੂੰ ਵੱਖ ਤੇ ਆਪਣੇ ਆਪ ਨੂੰ ਵੱਖ ਕਰ ਲੈਂਦਾ ਤੇ ਇਸ ਜਿਹੜੇ ਹੈ ਨਸ਼ਵਰ ਜਿਹੜਾ ਜਗਤ ਹੈ ਇਹਦੇ ਨਾਲ ਜੁੜਾਵ ਉਹਦਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਇੱਧਰ ਜੁੜਾਵ ਹੁੰਦਾ ਤੇ ਉੱਧਰ ਜੁੜਾਵ ਘਟਦਾ ਜਾਂਦਾ ਪ੍ਰਭੂ ਵੱਲ। ਔਰ ਜਦੋਂ ਉਧਰੋਂ ਜੁੜਾਵ ਘਟਦਾ ਜਾਂਦਾ ਹੈ ਤੇ ਆਪਣੇ ਸਾਰੇ ਵਾਅਦੇ ਭੁੱਲ ਕੇ ਇਸ ਮਾਇਆ ਦੇ ਵਿੱਚ ਐਸਾ ਲਿਪਤ ਹੁੰਦਾ ਹੈ ਕਿ ਉਹ ਇਹ ਸੰਸਾਰ ਨੂੰ ਹੀ ਆਪਣਾ ਆਪ ਸਮਝਣ ਲੱਗ ਪੈਂਦਾ ਹੈ। ਸੰਸਾਰ ਦੇ ਜਿਹੜੇ ਜੀਵਾਂ ਨੂੰ, ਜਿਹੜਾ ਇਹ ਨਾਟਕ ਕਰਨ ਆਇਆ, ਇਸ ਨਾਟਕ ਮੰਡਲੀ ਦੇ ਉਸ ਆਪਣੇ ਜਿਹੜੇ ਸਵਰੂਪ ਨੂੰ ਹੀ ਅਸਲ ਮੰਨਣਾ ਸ਼ੁਰੂ ਕਰ ਦਿੰਦਾ। ਇੱਥੇ ਇੱਕ ਨਾਟਕ ਵਾਸਤੇ ਕੋਈ ਜਿਹੜਾ ਬੰਦਾ ਆਇਆ ਹੈ ਤੇ ਉਹ ਆਪਣੇ ਆਪ ਨੂੰ ਹਰ ਵਕਤ ਉਹੀ ਸਮਝਦਾ ਰਿਹਾ। ਕਿਸੇ ਨੂੰ ਨਾਟਕ ਦੇ ਵਿੱਚ ਅਸੀਂ ਰਾਵਣ ਦਾ ਰੋਲ ਦਿੱਤਾ, ਔਰ ਠੀਕ ਹੈ ਨਾਟਕ ਦੇ ਸਮੇਂ ਤੇ ਉਹ ਰਾਵਣ ਦਾ ਰੋਲ ਕਰ ਰਿਹਾ ਤੇ ਸਾਨੂੰ ਬੜਾ ਵਧੀਆ ਲੱਗੇਗਾ,
ਪਰ ਨਾਟਕ ਚੋਂ ਜਦੋਂ ਬਾਹਰ ਉਤਰ ਕੇ ਆਂਦਾ ਤੇ ਫੇਰ ਵੀ ਉਹੀ ਰਾਵਣ ਦੇ ਕੱਪੜੇ ਪਾ ਕੇ ਘੁੰਮਦਾ ਰਹੇ ਔਰ ਹਰ ਵੇਲੇ ਕਹਿੰਦਾ ਰਹੇ ਮੈਂ ਰਾਵਣ ਹਾਂ, ਮੈਂ ਰਾਵਣ ਹਾਂ, ਰਾਵਣ ਹਾਂ, ਤੇ ਉਹਦੇ ਤੇ ਹੱਸਾਂਗੇ ਨਾ। ਉਸ ਤਰ੍ਹਾਂ ਹੀ ਸਾਨੂੰ ਇੱਥੇ ਪ੍ਰਭੂ ਨੇ ਕੁਛ ਨਾ ਕੁਛ ਰੋਲ ਨਿਭਾਉਣ ਵਾਸਤੇ ਭੇਜਿਆ ਤੇ ਅਸੀਂ ਉਦੋਂ ਆਏ ਆ ਤੇ ਉਦੋਂ ਅਸੀਂ ਕਹਿੰਦੇ ਆ ਕਿ ਇਹ ਰੋਲ ਅਸੀਂ ਬੜਾ ਵਧੀਆ ਨਿਭਾਵਾਂਗੇ ਪ੍ਰਭੂ, ਔਰ ਉਸ ਤੋਂ ਬਾਅਦ ਚੋਂ ਅਸੀਂ ਵਾਪਸ ਆਪਣੇ ਤੇਰੇ ਕੋਲ ਤੇਰੇ ਸਵਰੂਪ ਦੇ ਵਿੱਚ ਆਪਣੇ ਸਵਰੂਪ ਚ ਆ ਜਾਵਾਂਗੇ। ਔਰ ਰੋਲ ਨਿਭਾਉਂਦੇ ਨਿਭਾਉਂਦੇ ਅਸੀਂ ਆਪਣੇ ਸਵਰੂਪ ਨੂੰ ਭੁੱਲ ਕੇ ਉਸ ਰੋਲ ਦੇ ਨਾਲ ਹੀ ਇੰਨਾ ਕੁ ਜੁੜਾਵ ਲਾ ਲੈਂਦੇ ਆ ਨਾ, ਇੰਨਾ ਕੁ ਜੁੜ ਜਾਂਦੇ ਆ ਤੇ ਉਹ ਪ੍ਰਭੂ ਵੀ ਫਿਰ ਹੱਸਦਾ ਹੈ ਔਰ ਸੋਚਦਾ ਹੈ ਕਿ ਦੇਖ ਮੈਂ ਤੇ ਤੈਨੂੰ ਇਹ ਰੋਲ ਕਰਨ ਵਾਸਤੇ ਭੇਜਿਆ ਸੀ ਤੇ ਤੂੰ ਤੇ ਇੱਥੇ ਹੀ ਜੁੜ ਗਿਆ। ਉਹ ਬੜਾ ਸਾਨੂੰ ਸਮਝਾਉਂਦਾ ਹੈ। ਕੋਈ ਮੈਂ ਕਹਿ ਤੇ ਰਹੀ ਜਿਸ ਤਰ੍ਹਾਂ ਕਿ ਕੋਈ ਕਿਸੇ ਨਾਟਕ ਦਾ ਕੋਈ ਜਿਹੜਾ ਕਲਾਕਾਰ ਹੈ ਉਹੀ ਕੱਪੜੇ ਪਾ ਕੇ ਸੜਕਾਂ ਤੇ ਫਿਰਦਾ ਹੋਏ ਤੇ ਉਹਦੇ ਤੇ ਅਸੀਂ ਹੱਸਨੇ ਆ, ਉਹਨੂੰ ਸਮਝਾਉਂਦੇ ਆ ਬਾਰ ਬਾਰ, ਨਹੀਂ ਭਰਾ ਇਹ ਨਾਟਕ ਖਤਮ ਹੋ ਗਿਆ, ਹੁਣ ਤੂੰ ਆਪਣੇ ਨਾਰਮਲ ਕੱਪੜਿਆਂ ਦੇ ਵਿੱਚ ਆ ਜਾ। ਉਸ ਤਰ੍ਹਾਂ ਹੀ ਪ੍ਰਭੂ ਕਿਸੇ ਤਰ੍ਹਾਂ ਵੀ ਕਿਸ ਤਰ੍ਹਾਂ ਵੀ ਆ ਕੇ ਸਾਨੂੰ ਸਮਝਾਉਂਦੇ ਆ, ਸਾਨੂੰ ਖਿੱਚਦੇ ਆ ਆਪਣੇ ਵੱਲ, ਸਾਨੂੰ ਯਾਦ ਦਿਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੂੰ ਤੇ ਮੇਰੇ ਨਾਲ ਇਹ ਵਾਅਦੇ ਕੀਤੇ ਸੀ, ਆਪਣੇ ਅਸਲੀ ਸਵਰੂਪ ਨੂੰ ਪਹਿਚਾਨ, ਇਹ ਨਾਟਕ ਕਰ, ਪਰ ਅੰਦਰੋਂ ਆਪਣੇ ਆਪ ਨੂੰ ਯਾਦ ਕਰ, ਅੰਦਰੋਂ ਆਪਣੇ ਆਪ ਨੂੰ ਯਾਦ ਚ ਰੱਖ ਕਿ ਤੂੰ ਕੌਣ ਹੈ ਔਰ ਤੂੰ ਇੱਥੇ ਕਿਸ ਵਾਸਤੇ ਆਇਆ ਹੈ। ਇਸ ਚੀਜ਼ ਨੂੰ ਪਹਿਚਾਨ, ਇਸ ਨੂੰ ਨਾ ਭੁੱਲੀ। ਹਾਂਜੀ। ये किस वचन की बाबत विचार हो रही है? याद करो वो वचन जो आपने इस जन्म से पहले जन्म में किया था कि भगवान कृपा के सागर, कृपा करो, मैं एक सांस भी तेरे से जुदा नहीं होऊंगा, मगर आते ही खेल में खल बन गए। वो वचन याद है? अब तो ऐसे देखने में आता है वचन से प्यारा आपको घर, माल, दौलत, पुत्र, पति, पत्नी, जमीन बन गया है। वचन की तो इंसान ने कौड़ी भी कीमत नहीं डाली। जानते हो वचन हारने वाले इंसान की गति क्या होती है? वचनहीन, मुर्दा, कंगाल, इसके लिए ठाव भी नहीं रहती। ए इंसान, तेरे से बड़ी भूल हुई। इस भूल से बचाव का कोई उपाय भी होना चाहिए। जरूर जरूर इस भूल से बचने का उपाय है पूर्ण महात्मा को मिलकर उनकी रहमत से अपने आप को धोकर पूर्ण वक्त अपने आप को उनके हुक्म में टिकाना चाहिए। ख्याल रहे अब ऐसी हरकत नहीं होनी चाहिए। वचन में अपने आप को कुर्बान कर देना चाहिए, जैसे रामायण में भगवान का हुक्म है, रघुकुल रीत सदा चली आई, प्राण जाए पर वचन न जाए। ਵਚਨਹੀਨ ਜਿਹੜਾ ਉਹ ਮੁਰਦਾ ਹੋ ਜਾਂਦਾ ਤੇ ਅਸੀਂ ਵੀ ਤੇ ਜਦੋਂ ਉਹੀ ਗੱਲ ਆ ਗਈ ਨਾ, ਜਦੋਂ ਅਸੀਂ ਆਪਣਾ ਵਚਨ ਜਿਹੜੇ ਕਰਕੇ ਆਏ ਆ ਭੁੱਲ ਜਾਂਦੇ ਆ ਤੇ ਆਪਣੇ ਦੇਵ ਸਵਰੂਪ ਤੋਂ ਨੀਚੇ ਉਤਰਨਾ ਸ਼ੁਰੂ ਕਰ ਜਾਂਦੇ ਆ ਤੇ ਯੂਨਾ ਭੁਗਤਣੀਆਂ ਪੈਂਦੀਆਂ ਸਾਨੂੰ, ਜਿਹੜੀਆਂ 84 ਲੱਖ ਯੂਨਾ ਕਹਿੰਦੇ ਆ ਨਾ, ਉਹਨਾਂ ਦੇ ਵਿੱਚ ਚਲੇ ਜਾਂਦੇ ਆ, ਉਹਨਾਂ ਯੂਨਾ ਵਿੱਚ ਚਲੇ ਜਾਂਦੇ ਆ। ਔਰ ਤਾਂ ਵੀ ਜੇ ਕਿਤੇ ਪ੍ਰਭੂ ਦੀ ਮਿਹਰ ਹੋ ਜਾਏ, ਜੇ ਗੁਰੂ ਪ੍ਰਭੂ ਇਸ ਜਨਮ ਦੇ ਵਿੱਚ ਮਿਲ ਜਾਣ ਤੇ ਉਹ ਫਿਰ ਸਾਨੂੰ ਸਮਝਾਉਂਦੇ ਆ, ਉਹ ਸਾਨੂੰ ਆਤਮ ਤੱਤਵ ਦਾ ਗਿਆਨ ਕਰਾਉਂਦੇ ਆ, ਸਾਨੂੰ ਕਹਿੰਦੇ ਆ ਕਿ ਤੂੰ ਤੇ ਇਹ ਵਚਨ ਕਰਕੇ ਆਇਆ ਸੀ, ਤੂੰ ਆਪਣੇ ਵਚਨਾਂ ਨੂੰ ਭੁੱਲ ਕੇ ਤੇ ਨਿਕ੍ਰਿਸ਼ਟ ਜੂਨੀਆਂ ਵਿੱਚ ਜਾਣ ਦੀ ਬਜਾਏ ਆਪਣੇ ਵਚਨਾਂ ਨੂੰ ਯਾਦ ਕਰ, ਉਸ ਪ੍ਰਭੂ ਦੇ ਸਿਮਰਨ ਕਰ, ਆਪਣੇ ਸਵਰੂਪ ਨੂੰ ਪਹਿਚਾਨ ਔਰ ਵਾਪਸ ਆ। ਦੇਖੋ ਭਗਵਾਨ ਰਾਮ ਦੀ ਇੱਥੇ ਉਦਾਹਰਨ ਦਿੱਤੀ ਹੈ, ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਉਸ ਤਰ੍ਹਾਂ ਹੀ ਕਿ ਆਪਣੇ ਵਚਨਾਂ ਨੂੰ ਯਾਦ ਕਰੀਏ, ਪ੍ਰਭੂ ਦਾ ਸਿਮਰਨ ਰੋਮ 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 ਸਵਾਸ ਸਵਾਸ ਸਿਮਰਨ ਕਰੀਏ, ਔਰ ਸਵਾਸ ਸਵਾਸ ਸਿਮਰੋ ਗੋਬਿੰਦ, ਸਵਾਸ ਸਵਾਸ ਸਿਮਰੋ ਗੋਬਿੰਦ, ਸਵਾਸ ਸਵਾਸ ਸਿਮਰੋ ਗੋਬਿੰਦ। ਜੈ। तेरा कीता जातो नाही मैनू जोग कितोई, मैं निर्गुण हारे कोई गुण नाही, आपे तरस पियोई, तरस पया मैं रहमत होई, सतगुरु सज्जन मिलिया, नानक नाम मिले ता जीवा, तन मन थीवे हरिया। ਔਰ ਦੇਖੋ ਇਹ ਜਿਹੜਾ ਪ੍ਰਭੂ ਦਾ ਜਾਪ ਜਾਂ ਪ੍ਰਭੂ ਦਾ ਸਿਮਰਨ ਵੀ ਅਸੀਂ ਜਿਹੜਾ ਸੋਚੀਏ ਨਾ ਕਿ ਮੇਰੀ ਬੜੀ ਬਹਾਦਰੀ ਹੈ ਕਿ ਮੈਂ ਸਤਸੰਗ 'ਚ ਚਲੀ ਆਈ ਹਾਂ, ਜਾਂ ਮੈਂ ਸਤਸੰਗ ਸੁਣਿਆ, ਜਾਂ ਮੈਂ ਸਤਸੰਗ ਦਾ ਮਨਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਨਹੀਂ, ਇਹ ਉਹਦੀ ਕਿਰਪਾ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ। ਇਹ ਉਹਦੇ ਕੀਤੇ ਹੋਏ ਵਚਨ ਹੈ, ਉਹਦੀ ਮਿਹਰ ਹੈ ਕਿ ਸਾਨੂੰ ਫਿਰ ਵੀ ਬਖਸ਼ਿਸ਼ ਹੋ ਰਹੀ ਹੈ। ਪਰ ਅੱਗੋਂ ਥੋੜਾ ਜਿਹਾ ਕਰਤੱਵ ਸਾਡਾ ਵੀ ਬਣਦਾ ਹੈ ਕਿ ਅਸੀਂ ਇਸ ਸਮੇਂ ਦਾ ਸਦਉਪਯੋਗ ਕਰੀਏ, ਅਸੀਂ ਇਸ ਚੀਜ਼ ਨੂੰ ਧਿਆਨ ਕਰੀਏ ਕਿ ਅਸੀਂ ਜੋ ਗੁਰੂ ਪ੍ਰਭੂ ਦੇ ਦੱਸੇ ਹੋਏ ਜਿਹੜੇ
ਰਸਤੇ ਆ ਉਹਨਾਂ ਉੱਪਰ ਚੱਲਣ ਦੀ ਕੋਸ਼ਿਸ਼ ਤੇ ਕਰੀਏ। ਇਹ ਥੋੜਾ ਹੁਣ ਡਾਕਟਰ ਬਿਮਾਰ ਆ ਤੇ ਡਾਕਟਰ ਵੀ ਲੱਭ ਗਿਆ, ਬੜਾ ਵਧੀਆ ਵੈਦ ਵੀ ਲੱਭ ਗਿਆ, ਦਵਾਈ ਵੀ ਉਹਨੇ ਬੜੀ ਵਧੀਆ ਦੇ ਦਿੱਤੀ ਹੈ, ਰੋਗ ਵੀ ਉਹਨੇ ਪਹਿਚਾਨ ਲਿਆ। ਤੇ ਜੇ ਦਵਾਈ ਖਾਵਾਂਗੇ ਹੀ ਨਹੀਂ, ਜੇ ਪਰਹੇਜ਼ ਕਰਾਂਗੇ ਹੀ ਨਹੀਂ ਤੇ ਰਾਮ ਕਿੱਥੋਂ ਆਏਗਾ। ਔਰ ਜੇ ਪ੍ਰਭੂ ਨੇ ਸਾਨੂੰ ਸਤਸੰਗ ਵੀ ਦੇਤਾ ਹੈ, ਗੁਰੂ ਵੀ ਦੇਤੇ ਹੈ, ਨਾਮ ਦੀਕਸ਼ਾ ਵੀ ਦੇਤੀ ਹੈ, ਤੇ ਅੱਗੇ ਸਾਡਾ ਵੀ ਤੇ ਥੋੜਾ ਜਿਹਾ ਤੇ ਫਰਜ਼ ਬਣਦਾ ਨਾ ਕਿ ਇੰਨੀ ਕਿਰਪਾ ਉਹਦੀ ਹੋ ਰਹੀ ਹੈ ਤੇ ਆਪਣੇ ਬਚਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਤੇ ਥੋੜਾ ਜਿਹਾ ਤੇ ਚੱਲਣ ਦੀ ਕੋਸ਼ਿਸ਼ ਕਰੀਏ, ਥੋੜਾ ਜਿਹਾ ਤੇ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰੀਏ। ਹੱਲੇ ਤੇ ਫੇਰ ਉਹ ਆ ਕੇ ਸਾਨੂੰ ਫੇਰ ਕੱਢਦਾ ਹੈ, ਅਸੀਂ ਫੇਰ ਡਿੱਗਦੇ ਆ, ਫੇਰ ਕੱਢਦਾ ਹੈ। ਔਰ ਉਹਦੀ ਬੜੀ ਕਿਰਪਾ ਹੈ, ਉਹ ਮਿਹਰਬਾਨ ਦਾਤਾ ਹੈ, ਉਹ ਤੇ ਮੇਹਰਾਂ ਕਰੀ ਜਾ ਰਿਹਾ, ਕਰੀ ਜਾ ਰਿਹਾ, ਕਰੀ ਜਾ ਰਿਹਾ, ਮੇਹਰਾਂ ਦੀ ਬਾਰਿਸ਼ ਹੋ ਰਹੀ ਹੈ। ਤੇ ਉਹ ਤੇ ਹੁਣ ਸਾਡੇ ਤੇ ਆ ਨਾ ਕਿ ਅਸੀਂ ਛਤੜੀਆਂ ਲੈ ਕੇ ਫਿਰਨ ਦੀ ਬਜਾਏ ਉਸ ਮੇਹਰਾਂ ਦੀ ਬਾਰਿਸ਼ ਨੂੰ ਜਿਹੜਾ ਉਹਦੇ ਛਿੱਟੇ ਲਈਏ। ਛਤੜੀ ਜਿਹੜਾ ਪੜਦਾ ਆ ਵਿਚਕਾਰ ਕੀਤਾ ਹੋਇਆ ਅਸੀਂ ਆਪੇ ਹੀ ਉਹਨੂੰ ਅਸੀਂ ਅਲੱਗ ਕਰ ਦਈਏ। ਜੇ ਉਹ ਛਾਤਾ ਹੱਥ 'ਚ ਫੜ ਕੇ ਅਸੀਂ ਕਹੀ ਜਾਵਾਂਗੇ ਕਿ ਬਾਰਿਸ਼ ਨਹੀਂ ਹੋ ਰਹੀ ਤੇ ਉਹ ਤੇ ਸਾਡੀ ਬੇਵਕੂਫੀ ਹੈ। ਉਹ ਛਾਤਾ ਤੇ ਅਸੀਂ ਜਦੋਂ ਸਾਈਡ ਤੇ ਕਰਾਂਗੇ, ਉਸ ਪਰਦੇ ਨੂੰ ਹਟਾਵਾਂਗੇ ਤੇ ਤਾਂ ਹੀ ਉਹ ਰਹਿਮਤ ਦੇ ਛਿੱਟੇ ਹੈ ਸਾਡੇ ਤੇ ਬਰਸਣਗੇ। ਹਾਂਜੀ। इंसान ने जब गलती महसूस की, माफी चाही, दिल से बुलाया, तो भगवान ने मेहर भरा हाथ फिर से इंसान के सिर पर रख दिया। हर का नाम मिले ता जीवा, तन मन खीवे हरिया। ये ईश्वर पिता की मेहरबानी का असर है। आओ हम सब मिलकर अपने वचन में पूर्ण तौर से अपनी कुर्बानी दें। यही भगवत प्यार है। इंसान ने सोचा इस मैदाने जंग में हम भगवान को बेदगा देकर अपनी जान बचा लेंगे, मगर ये तो बहुत बड़ी भूल है। जिंदगी देने वाले से बेमुख होकर कौन जिंदगी पा सकता है। ऐसे इंसान को तो काल जल्दी फना करने पर तुला हुआ है, मगर सच्चा पिता अपने कॉल को नहीं हारता। बेमुख होने वाले प्रेमियों का भी कभी साथ नहीं छोड़ता। जब कभी इंसान को काल की चोट लगती है तो पुराना ख्याल दिल से प्रकट होने लग जाता है, अपनी भूल की महसूसता करने लग जाता है। पूर्ण पिता कृपाल अपने बच्चे को रोता देख नहीं सकते, पास ही से अपने शरीर को धारण करके मनसुख को मनमुख को गुरमुखता में बदलने की शिक्षा देते हैं। पूर्ण तौर से सच्चा पिता अपना सब कुछ वारने के लिए तैयार है। कहते हैं प्यारे मांग जो कुछ दिल में आए। ऐसा प्यार देखकर प्रभु का इंसान के दिल में से ये उमंग आई, प्रभु वो जुदाई खत्म कर दो जो हमारी मूर्खता से बन गई। प्रभु दयालु ने मेहरबानी की, सारा कुछ अपने प्यारे पर वार कर यूं कहा, लो सब कुछ खत्म कर दिया, अब तो तुम्हें कोई फिक्र नहीं है ना। देख मैं तेरे पास हूँ, तू मेरे पास है, तेरा और मेरा कोई जुदा यानी दो नहीं है, एक ही है। ਦੇਖੋ ਅਸੀਂ ਜਦੋਂ ਇਸ ਜਗਤ ਦੇ ਵਿੱਚ ਆਉਂਦੇ ਆ, ਇਹ ਜਿਹੜਾ ਸਾਡਾ ਸਰੀਰ ਹੈ ਛੋਟਾ ਜਗਤ ਹੀ ਕਹਿੰਦੇ ਆ ਨਾ, ਡੈਡੀ ਜੀ ਜਿਵੇਂ ਸਮਝਾਉਂਦੇ ਆ ਕਿ ਸਰੀਰ ਵੀ ਛੋਟਾ ਜਗਤ ਹੈ। ਤੇ ਜਦੋਂ ਅਸੀਂ ਇੱਥੇ ਆਉਂਦੇ ਆ ਨਾ, ਜਦੋਂ ਇਹ ਜਗਤ ਦੀਆਂ ਜਿਹੜੀਆਂ ਚੀਜ਼ਾਂ ਦੇਖਦੇ ਆ, ਉਹ ਦੇਖ ਕੇ ਮौज ਮਸਤੀਆਂ ਦੇਖ ਕੇ ਨਾ ਉਹਨੂੰ ਪ੍ਰਭੂ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਆ ਤੇ ਇਹਨਾਂ ਦੇ ਵਿੱਚ ਮਸਤ ਹੋਣਾ ਸ਼ੁਰੂ ਹੋ ਜਾਂਦੇ ਆ। ਉਹਨੂੰ ਭੁੱਲ ਕੇ ਇਹ ਮੇਰੇ ਬੱਚੇ, ਇਹ ਮੇਰੀ ਮਾਂ, ਇਹ ਮੇਰਾ ਪਿਓ, ਇਹਨਾਂ ਚੀਜ਼ਾਂ ਨਾਲ ਸਾਡਾ ਜੁੜਾਵ ਇੰਨਾ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਇੱਕ ਆਪਣਾ ਅਲੱਗ ਸੰਸਾਰ ਬਣਾ ਲੈਣਾ ਪ੍ਰਭੂ ਤੋਂ। ਇੱਕ ਪ੍ਰਭੂ ਦਾ ਸੰਸਾਰ ਤੇ ਹੈ ਹੀ ਹੈ, ਇੱਕ ਆਪਣਾ ਵੱਖਰਾ ਹੀ ਸੰਸਾਰ ਅਲੱਗ ਤੋਂ ਆਪਣੇ ਮਾਂ ਪਿਓ ਬੱਚੇ ਸਹੁਰੇ ਸਹੇਲੀਆਂ ਅਲੱਗ ਸੰਸਾਰ ਇੱਕ ਅਲੱਗ ਤੋਂ ਬਣਾ ਲੈਣਾ। ਜਦੋਂ ਜਿਹੜਾ ਕਹਿੰਦਾ ਜੀ ਆ ਜਾਓ ਰੋਟੀ ਖਾ ਜਾਓ, ਜਿਹੜਾ ਅਲੱਗ ਸੰਸਾਰ ਬਣ ਜਾਂਦਾ ਨਾ, ਤੇ ਤਾਂ ਵੀ ਪ੍ਰਭੂ ਪਿਤਾ ਪਰਮਾਤਮਾ ਕੀ ਕਰਦਾ, ਉਹ ਦੇਖਦਾ, ਉਹ ਦੇਖ ਦੇਖ ਕੇ ਹੱਸਦਾ ਕਿ ਮੇਰੇ ਇਹ ਬੱਚੇ ਨੇ ਕੀ ਮੇਰੇ ਨਾਲ ਵਾਅਦੇ ਕੀਤੇ ਸੀ ਔਰ ਇੱਥੇ ਆ ਕੇ ਕਿਸ
ਕਿਸ ਰੂਪ ਦੇ ਵਿੱਚ ਕੀ ਸੋਚ ਰਿਹਾ ਹੈ, ਇਹ ਅਲੱਗ ਹੋ ਰਿਹਾ ਹੈ, ਇਹ ਮੇਰੇ ਤੋਂ ਅਲੱਗ ਹੋ ਗਿਆ। ਉਹ ਦੇਖਦਾ ਰਹਿੰਦਾ, ਹੱਸਦਾ ਰਹਿੰਦਾ ਹੈ। ਔਰ ਉਹ ਤਾਂ ਵੀ ਪ੍ਰਭੂ ਨੂੰ ਆਪਣਾ ਕਾਲ ਯਾਦ ਰਹਿੰਦਾ, ਉਹਨੂੰ ਆਪਣੇ ਮਤਲਬ ਬਿਲਕੁਲ ਵਾਅਦੇ ਯਾਦ ਹੈ ਕਿ ਮੈਂ ਇਹਨੂੰ ਵਾਅਦਾ ਕੀਤਾ ਕਿ ਬੇਟਾ ਤੂੰ ਜਾ ਰਿਹਾ ਹੈ ਔਰ ਤੂੰ ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਆ, ਜਦੋਂ ਵੀ ਤੈਨੂੰ ਜ਼ਰੂਰਤ ਪਏ ਕਿ ਮੈਂ ਨਾਲ ਆ। ਔਰ ਜਦੋਂ ਕਿਤੇ ਨਾ ਕਿਤੇ ਇਸ ਸੰਸਾਰ ਦੇ ਵਿੱਚ ਕੋਈ ਐਸੀ ਹਰਕਤ ਹੁੰਦੀ ਹੈ, ਜਦੋਂ ਅਸੀਂ ਮਤਲਬ ਕਿਤੇ ਨਾ ਕਿਤੇ ਦੁੱਖ ਦੇ ਵਿੱਚ ਫਸਨੇ ਆ, ਤੇ ਫਿਰ ਸਾਨੂੰ ਆਪਣੇ ਉਸ ਪ੍ਰਭੂ ਪਿਤਾ ਪਰਮਾਤਮਾ ਦੀ ਯਾਦ ਆਉਂਦੀ ਹੈ। ਜੇ ਅਸੀਂ ਮਾੜਾ ਜਿੰਨਾ ਵੀ ਹਿੱਲ ਕੇ ਉਹਨੂੰ ਯਾਦ ਕਰਨੇ ਆ, ਤੇ ਉਹ ਤੇ ਅੱਗੇ ਹੀ ਡੀਕਦਾ ਪਿਆ ਹੁੰਦਾ ਕਿ ਮੇਰਾ ਬੱਚਾ ਮੈਨੂੰ ਆਵਾਜ਼ਾਂ, ਮਾਂ ਪਿਓ ਹਮੇਸ਼ਾ ਡੀਕਣ ਦੇ ਹੁੰਦੇ ਆ। ਬੱਚਾ ਖੇਲਣ ਡਿਆ ਨਾ, ਖੇਲ 'ਚ ਲੱਗਾ ਤੇ ਪਿਓ ਦੂਰੋਂ ਦੇਖ ਰਿਹਾ ਜਾਂ ਮਾਂ ਦੂਰੋਂ ਦੇਖ ਰਹੀ ਹੈ ਕਿ ਕਿਤੇ ਝੂਲੇ 'ਚੋਂ ਡਿੱਗ ਕੇ ਇਹਨੂੰ ਸੱਟ ਨਾ ਲੱਗ ਜਾਏ ਜਾਂ ਕੁਛ ਨਾ ਹੋ ਜਾਏ। ਤੇ ਉਹ ਜਦੋਂ ਤੱਕ ਖੇਲਦਾ ਪਿਆ ਹੁੰਦਾ, ਮਸਤ ਹੁੰਦਾ, ਉਹਨੂੰ ਮਾਂ ਪਿਓ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਖੇਲ ਰਿਹਾ। ਔਰ ਜਦੋਂ ਜਰਾ ਜਿੰਨਾ ਕਿਤੇ ਸੱਟ ਪੇੜ ਲੱਗਦੀ ਤੇ ਰੋਂਦਾ, ਤੇ ਫਟਾਫਟ ਮਾਂ ਜਾਂ ਪਿਓ ਜਿਹੜਾ ਉੱਥੇ ਸਾਈਡ ਤੇ ਖੜਾ ਹੁੰਦਾ, ਫਟਾਫਟ ਦੌੜ ਕੇ ਨੂੰ ਵੜਦੇ। ਉਸ ਤਰ੍ਹਾਂ ਹੀ ਪ੍ਰਭੂ ਜਦੋਂ ਦੇਖਦੇ ਆ ਨਾ ਕਿ ਇਹਨੇ ਵੱਖਰਾ ਸੰਸਾਰ 'ਚ ਮਸਤ, ਦੇਖਦੇ ਰਹਿੰਦੇ ਆ, ਦੂਰੋਂ ਹੱਸਦੇ ਰਹਿੰਦੇ ਆ, ਖੁਸ਼ ਹੁੰਦੇ ਰਹਿੰਦੇ ਆ ਕਿ ਦੇਖ ਭੁੱਲ ਗਿਆ, ਕੋਈ ਗੱਲ ਨਹੀਂ, ਭੁੱਲ ਗਿਆ, ਚਲੋ ਜਦੋਂ ਤੈਨੂੰ ਯਾਦ ਆਏਗੀ ਉਦੋਂ ਹੀ ਸਹੀ, ਮੈਂ ਤਾਂ ਇੱਥੇ ਹੀ ਖੜਾ। ਆਪਣੇ ਹੈਲੋ, ਉਹ ਫਟਾਫਟ ਆ ਕੇ ਉਹਨੂੰ ਯਾਦ ਕਰਵਾ ਦਿੰਦਾ ਹੈ। ਫਟਾਫਟ ਆ ਕੇ ਪ੍ਰਭੂ ਜਿਹੜਾ ਹੈ ਉਹਦੇ ਕੋਲ ਆ ਜਾਂਦਾ ਹੈ, ਉਹਨੂੰ ਯਾਦ ਕਰਵਾ ਕੇ ਉਹਨੂੰ ਫੜ ਲੈਂਦੇ ਆ, ਗੋਦੀ 'ਚ ਬਿਠਾ ਲੈਂਦੇ ਆ ਔਰ ਬਿਲਕੁਲ ਉਹਨੂੰ ਯਾਦ ਕਰਵਾ ਦਿੰਦੇ ਆ ਕਿ ਮੈਂ ਤੇਰੇ ਨਾਲ ਹਾਂ, ਮੈਂ ਔਰ ਤੂੰ ਅਲੱਗ ਨਹੀਂ ਆ। ਤੂੰ ਹੀ ਅਲੱਗ ਦੂਈ ਦਾ ਪਰਦਾ ਬਣਾ ਕੇ, ਜਿਹੜਾ ਵੱਖਰਾ ਆਪਣਾ ਸੰਸਾਰ ਬਣਾ ਕੇ ਵੱਖਰੇ ਸੰਸਾਰ 'ਚ ਮਸਤ ਸੀ, ਉਸ ਨੂੰ ਛੱਡ ਕੇ ਆਪਣੇ ਸਵਰੂਪ ਨੂੰ ਪਹਿਚਾਨ, ਆਪਣੇ ਆਨੰਦ ਸਵਰੂਪ ਨੂੰ ਪਹਿਚਾਨ ਔਰ ਆਨੰਦਮਈ ਸਵਰੂਪ ਦੇ ਵਿੱਚ ਵਾਪਸ ਆ ਜਾ। ਪ੍ਰਭੂ ਆਪਣਾ ਕਾਲ ਕਦੀ ਨਹੀਂ ਭੁੱਲਦੇ, ਅਸੀਂ ਭੁੱਲ ਜਾਂਦੇ ਆ। ਅਸੀਂ ਇਸ ਸੰਸਾਰ 'ਚ ਆ ਕੇ ਮਸਤ ਹੋ ਜਾਂਦੇ ਹਾਂ ਮਾਇਆ ਦੇ ਵਿੱਚ, ਔਰ ਆਪਣੇ ਆਪ ਨੂੰ ਦੂਸਰਾ ਮੰਨਨੇ ਆ ਤੇ ਇਹੀ ਗੁਨਾਹੇ ਅਜੀਮ ਹੈ, ਇਹੀ ਗੁਨਾਹ ਅਸੀਂ ਕਰਨੇ ਆ। ਔਰ ਜਦੋਂ ਇਸ ਗੁਨਾਹ ਦੇ ਵਿੱਚ ਸਾਨੂੰ ਜਿਹੜੀ ਹੈ ਕੋਈ ਨਾ ਕੋਈ ਚੋਟ ਵੱਜਦੀ ਹੈ, ਤੇ ਜਦੋਂ ਅਸੀਂ ਉਹਨੂੰ ਫਿਰ ਪ੍ਰਭੂ ਨੂੰ ਯਾਦ ਕਰਨੇ ਆ, ਤੇ ਉਹ ਫਿਰ ਹਾਜ਼ਰ ਨਾਜ਼ਰ ਹੋ ਕੇ ਸਾਨੂੰ ਆਪਣੀ ਗੋਦ 'ਚ ਲੈ ਲੈਂਦਾ, ਸਾਨੂੰ ਦੁਲਾਰਦਾ ਔਰ ਸਾਨੂੰ ਫਿਰ ਆਪਣੇ ਸਵਰੂਪ ਦੀ ਪਹਿਚਾਨ ਕਰਵਾ ਕੇ ਆਪਣੇ ਨਾਲ ਹੀ ਲੈ ਜਾਂਦਾ। ਹਾਂਜੀ, ਆਪਣੇ 'ਚ ਮਿਲਾ ਲੈਂਦਾ। हरि ओम तत्सत। हरि ओम तत्सत। अरदास कर दो।